ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਹਾਂ ਕਿ ਸਭ ਠੀਕ ਠਾਕ ਹੋਵੋਗੇ। ਸੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜੇ ਐਗਜ਼ਾਮ ਸਟੱਡੀ ਚੰਡੀਗੜ੍ਹ 'ਚ। ਪੰਜਾਬ ਦੀਆਂ ਪ੍ਰੀਖਿਆਵਾਂ ਅਤੇ ਮਾਸਟਰ ਕਾਡਰ ਸਮਾਜਿਕ ਸਿੱਖਿਆ ਲਈ ਅਸੀਂ ਮਟੀਰੀਅਲ ਸ਼ੁਰੂ ਕੀਤਾ, ਜਿਹਦੇ ਵਿੱਚ ਅਸੀਂ ਵਿਸ਼ਵ ਇਤਿਹਾਸ ਵਰਲਡ ਹਿਸਟਰੀ ਦਾ ਪਹਿਲਾ ਟੌਪਿਕ ਵਰਲਡ ਵਾਰ 1 ਦਾ ਪਾਰਟ 1 ਅਸੀਂ ਕਵਰ ਕਰ ਚੁੱਕੇ ਹਾਂ। ਅੱਜ ਅਸੀਂ ਵਰਲਡ ਵਾਰ 2 ਦਾ ਪਾਰਟ 1 ਸ਼ੁਰੂ ਕਰਨ ਜਾ ਰਹੇ ਹਾਂ। ਸੋ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਹੈ ਜੋ ਸਾਡਾ ਜੇ ਐਗਜ਼ਾਮ ਚੰਡੀਗੜ੍ਹ, ਜੇ ਐਗਜ਼ਾਮ ਸਟੱਡੀ ਚੰਡੀਗੜ੍ਹ ਨੂੰ ਸਬਸਕ੍ਰਾਈਬ ਕਰ ਲਓ ਜੀ। ਵੀਡੀਓ ਪਸੰਦ ਆਏ ਤਾਂ ਲਾਈਕ ਜ਼ਰੂਰ ਕਰਿਓ, ਕਮੈਂਟ ਜ਼ਰੂਰ ਕਰਿਓ, ਤਾਂ ਕਿ ਜੋ ਅਸੀਂ ਮਿਹਨਤ ਕਰ ਰਹੇ ਹਾਂ ਤੁਹਾਡੇ ਤੱਕ ਪਹੁੰਚ ਸਕੇ। ਜੇ ਸਬਸਕ੍ਰਾਈਬ ਕਰੋਗੇ ਤਾਂ ਹੀ ਪਹੁੰਚੂਗੀ। ਸੋ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ ਜੀ। ਵਰਲਡ ਵਾਰ 2 ਦੂਜਾ ਵਿਸ਼ਵ ਯੁੱਧ। ਦੂਜੇ ਵਿਸ਼ਵ ਯੁੱਧ ਸ਼ਾਮਿਲ ਗੁੱਟ। ਜਿਵੇਂ ਕਿ ਪਹਿਲੇ ਵਿਸ਼ਵ ਯੁੱਧ ਵਿੱਚ 2 ਵਿਰੋਧੀ ਗੁੱਟ ਸ਼ਾਮਿਲ ਸੀ, ਉਸੇ ਤਰ੍ਹਾਂ ਹੀ ਦੂਜੇ ਵਿਸ਼ਵ ਯੁੱਧ ਵਿੱਚ ਵੀ ਗੁੱਟ ਸ਼ਾਮਿਲ ਸੀ। ਇਹਨਾਂ ਵਿੱਚ ਸੀ ਮਿੱਤਰ ਰਾਸ਼ਟਰ, ਅਲਾਈਡ ਪਾਵਰ, ਜਿਹਦੇ ਵਿੱਚ ਫਰਾਂਸ, ਗ੍ਰੇਟ ਬ੍ਰਿਟੇਨ, ਸੰਯੁਕਤ ਰਾਜ, ਸੋਵੀਅਤ ਯੂਨੀਅਨ ਅਤੇ ਕੁਝ ਹੱਦ ਤੱਕ ਚੀਨ ਸ਼ਾਮਿਲ ਸੀ। ਇਹਦੇ ਵਿਰੁੱਧ ਦੂਜਾ ਗਰੁੱਪ ਸੀ ਜੀ ਧੁਰੀ ਰਾਸ਼ਟਰ, ਜਿਹਨੂੰ ਐਕਸਿਸ ਪਾਵਰ ਕਹਿੰਦਾ, ਜਰਮਨੀ, ਇਟਲੀ ਅਤੇ ਜਾਪਾਨ। ਪਹਿਲੇ ਵਿਸ਼ਵ ਯੁੱਧ ਦਾ ਸਮਾਂ। ਪਹਿਲਾ ਵਿਸ਼ਵ ਯੁੱਧ 1 ਸਤੰਬਰ 1939 ਤੋਂ 2 ਸਤੰਬਰ 1945 ਤੱਕ ਲਗਭਗ 6 ਸਾਲ ਚੱਲਿਆ। ਦੂਜੇ ਵਿਸ਼ਵ ਯੁੱਧ ਦੇ ਕਾਰਨ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ। ਪਹਿਲੇ ਵਿਸ਼ਵ ਯੁੱਧ ਦਾ ਸਮਾਂ, ਫਿਰ ਉਸ ਤੋਂ ਬਾਅਦ ਆ ਜਾਂਦੇ ਜੀ ਕਾਰਨ ਨੇ ਜੋ ਬਹੁਤ ਛੋਟੇ ਛੋਟੇ ਪੁਆਇੰਟਸ ਜਿਹੜੇ ਦਿੱਤੇ ਗਏ ਆ, ਇਹ ਕਾਰਨ ਸੀ ਜਿਨ੍ਹਾਂ ਨੇ ਕਿ ਦੂਜੇ ਵਿਸ਼ਵ ਯੁੱਧ ਲਈ ਗਰਾਊਂਡ ਤਿਆਰ ਕੀਤੀ ਸੀ। ਵਰਸਾਈ ਦੀ ਸੰਧੀ। ਪਹਿਲੇ ਵਿਸ਼ਵ ਯੁੱਧ 'ਚ ਵਰਸਾਈ ਦੀ ਸੰਧੀ ਨਾਲ ਅੰਤ ਹੋਇਆ ਸੀ, ਜਿਹਦੇ ਵਿੱਚ ਜਰਮਨੀ ਨੂੰ ਬਹੁਤ ਜ਼ਿਆਦਾ ਹਰਜਾਨਾ ਭੁਗਤਣਾ ਪਿਆ ਸੀ। ਸੋ ਉਹ ਹਰਜਾਨੇ ਦਾ ਬਦਲਾ ਲੈਣ ਲਈ ਜਰਮਨੀ ਨੇ ਤਿਆਰੀਆਂ ਸ਼ੁਰੂ ਕਰਤੀਆਂ ਸੀ। ਆਪਣੇ ਜਿਹੜੇ ਪ੍ਰਦੇਸ਼ ਉਹਨੂੰ ਦੂਜੇ ਦੇਸ਼ਾਂ ਨੂੰ ਦੇਣੇ ਪਏ, ਉਹ ਵਾਪਸ ਲੈਣ ਲਈ ਕੋਸ਼ਿਸ਼ਾਂ ਜਾਰੀ ਕਰ ਦਿੱਤੀਆਂ ਸੀ। ਇਸੇ ਕਰਕੇ ਇੱਕ ਕਾਰਨ ਬਣ ਗਿਆ। ਦੂਜਾ, ਹਿਟਲਰ ਜਰਮਨੀ 1933। ਨਾਜ਼ੀ ਦਲ ਦਾ ਨੇਤਾ ਹਿਟਲਰ ਦਾ ਜਰਮਨੀ ਦਾ ਤਾਨਾਸ਼ਾਹ ਬਣ ਗਿਆ। ਆਸਟਰੀਆ, ਚੈਕੋਸਲਾਵੀਆ 'ਤੇ ਕਬਜ਼ਾ ਕਰਨਾ। ਜਿਵੇਂ ਕਿ ਪਹਿਲੇ ਵਿਸ਼ਵ ਯੁੱਧ 'ਚ ਇਹ ਪ੍ਰਦੇਸ਼ ਇਹਨਾਂ ਕੋਲੋਂ ਖੋਏ ਗਏ ਸੀ, ਇਹ ਹੁਣ ਵਾਪਸ ਲੈਣ ਲਈ ਇਹਨਾਂ ਨੇ ਉਹਨਾਂ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਨੈਕਸਟ ਪੁਆਇੰਟ ਹੈ ਜੀ 3 ਮੁਸੋਲਿਨੀ। ਮੁਸੋਲਿਨੀ ਦਾ ਇਟਲੀ 'ਚ ਪ੍ਰਭਾਵ ਵੱਧ ਚੁੱਕਿਆ ਸੀ, ਜੋ ਕਿ ਦੂਜੇ ਵਿਸ਼ਵ ਯੁੱਧ ਦਾ ਕਾਰਨ ਬਣ ਗਿਆ। ਜਾਪਾਨ ਦਾ ਉਭਾਰ। ਰੋਮ, ਬਰਲਿਨ, ਟੋਕੀਓ ਧੁਰੀ 1936, ਜਿਹਨੂੰ ਰੋਮ, ਬਰਲਿਨ, ਟੋਕੀਓ ਐਕਸਿਸ ਕਿਹਾ ਜਾਂਦਾ ਹੈ। ਇਹਦੇ 'ਚ 3 ਦੇਸ਼ ਜਰਮਨੀ, ਇਟਲੀ ਅਤੇ ਜਾਪਾਨ ਸ਼ਾਮਿਲ ਸੀਗੇ। ਜਰਮਨੀ ਰੂਸ ਦੇ ਵਿਰੁੱਧ ਜਾਪਾਨ ਦਾ ਸਾਥ ਦੇਵੇਗਾ। ਇਸ ਤਰ੍ਹਾਂ ਇਹਨਾਂ ਦੀਆਂ ਸੰਧੀਆਂ ਹੋ ਗਈਆਂ ਕਿ ਇੱਕ ਦੇਸ਼ ਦੂਜੇ ਦੇਸ਼ ਦੇ ਵਿਰੁੱਧ ਇੱਕ ਦੂਜੇ ਦਾ ਸਾਥ ਦੇਣ ਲੱਗੇ। ਜਿਵੇਂ ਕਿ 2 ਗਰੁੱਪ ਸੀ, ਤਾਂ ਜਿਹੜੇ ਦੇਸ਼ 'ਤੇ ਹਮਲਾ ਕੀਤਾ ਜਾਂਦਾ ਸੀ ਅਤੇ ਕਰਨ ਵਾਲਾ ਦੋਵਾਂ ਦੇ ਸਾਥੀ ਹੁੰਦੇ ਸੀ, ਉਹ ਇੱਕ ਦੂਜੇ ਦਾ ਸਾਥ ਦਿੰਦੇ ਸੀ, ਜਿਹਦੇ ਨਾਲ ਕਿ ਇਹ ਜਿਹੜੀਆਂ ਲੜਾਈਆਂ ਸੀ ਵਿਸ਼ਵ ਯੁੱਧ 'ਚ ਬਦਲ ਗਈਆਂ। ਨਿਸ਼ਸਤਰੀਕਰਨ ਦਾ ਫੇਲ ਹੋ ਗਿਆ। ਜਿਵੇਂ 2 ਗਰੁੱਪਾਂ ਨੇ ਨਿਸ਼ਸਤਰੀਕਰਨ ਦਾ ਫੈਸਲਾ ਕੀਤਾ ਸੀ, ਪਰ ਹੌਲੀ ਹੌਲੀ ਉਹ ਇਹਦੇ ਤੋਂ ਬਾਹਰ ਜਾਣ ਲੱਗੇ ਅਤੇ ਸ਼ਸਤਰੀਕਰਨ ਸ਼ੁਰੂ ਕਰ ਦਿੱਤਾ। ਉਹਨਾਂ ਨੇ ਸੈਨਾ ਵਧਾਉਣੀ ਸ਼ੁਰੂ ਕਰਤੀ ਅਤੇ ਜੰਗਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਲੱਗੇ। ਅੰਤਰਰਾਸ਼ਟਰੀ ਆਰਥਿਕ ਮੰਦੀ। 1929 ਤੋਂ 1931 ਦੇ ਸਮੇਂ ਦੇ ਵਿੱਚ ਜਿਹੜੀ ਯੂਰਪ ਦੇ ਵਿੱਚ ਆਰਥਿਕ ਮੰਦੀ ਫੈਲ ਗਈ, ਜਿਸ ਦੇ ਸਿੱਟੇ ਵਜੋਂ ਕਾਫੀ ਬੈਂਕ ਬੰਦ ਹੋ ਗਏ, ਬੈਂਕ ਬੰਦ ਹੋਣ ਕਰਕੇ ਜਿਹੜੇ ਆਰਥਿਕ ਮੰਦੀ ਫੈਲ ਗਈ, ਲੋਕ ਬੇਰੁਜ਼ਗਾਰ ਹੋ ਗਏ ਅਤੇ ਵਿਸ਼ਵ ਯੁੱਧ ਦਾ ਕਾਰਨ ਬਣ ਗਿਆ। ਪੁਆਇੰਟ 7 ਹੈ ਜੀ ਚੀਨ ਅਤੇ ਜਾਪਾਨ ਦਾ ਹਮਲਾ। ਚੀਨ ਅਤੇ ਜਾਪਾਨ ਨੇ ਹਮਲਾ ਕੀਤਾ। ਚੀਨ ਦੇ ਪ੍ਰਾਂਤ ਸੀ ਮਨਚੂਰੀਆ, ਜਿੱਥੇ ਕਿ ਜਾਪਾਨ ਰੇਲਵੇ ਲਾਈਨ ਵਿਛਾਉਣਾ ਚਾਹੁੰਦਾ ਸੀ, ਜੋ ਕਿ ਚੀਨ ਨੇ ਉਸਨੂੰ ਰੋਕਿਆ, ਤਾਂ ਉਸ 'ਤੇ ਉਹਨੇ ਉੱਤਰੀ ਪੂਰਬੀ ਇਲਾਕਿਆਂ 'ਤੇ, ਜੋ ਕਿ ਮਨਚੂਰੀਆ 'ਤੇ ਹਮਲਾ ਕਰ ਦਿੱਤਾ। ਇਥੋਪੀਆ ਅਤੇ ਇਟਲੀ ਦਾ ਕਬਜ਼ਾ 1936, ਜਿਸ 'ਤੇ ਇੰਗਲੈਂਡ ਅਤੇ ਫਰਾਂਸ ਨੇ ਵਿਰੋਧ ਕੀਤਾ। ਇਟਲੀ ਨੇ ਇਥੋਪੀਆ 'ਤੇ ਕਬਜ਼ਾ ਕੀਤਾ, ਜਿਸ ਨਾਲ ਇੰਗਲੈਂਡ ਅਤੇ ਫਰਾਂਸ ਨੇ ਇਟਲੀ ਦੇ ਵਿਰੁੱਧ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇਮੀਡੀਏਟ ਕਾਰਨ ਹੈ ਜੀ, ਤਤਕਾਲੀਨ ਕਾਰਨ, ਹਿਟਲਰ ਦਾ ਪੋਲੈਂਡ 'ਤੇ ਹਮਲਾ। ਹਿਟਲਰ ਹੈ ਉਹ ਜਰਮਨੀ ਦਾ ਤਾਨਾਸ਼ਾਹ ਬਣ ਚੁੱਕਿਆ ਸੀ। ਸੋ ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ ਜੀ, ਧਿਆਨ ਨਾਲ ਪੜ੍ਹਿਓ ਇਹ। 1 ਸਤੰਬਰ 1939 ਨੂੰ ਜਿਹੜਾ ਵਿਸ਼ਵ ਯੁੱਧ ਸ਼ੁਰੂ ਹੁੰਦਾ ਹੈ। ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜਰਮਨੀ ਨੇ ਪੋਲੈਂਡ ਦਾ ਜਿਹੜਾ ਹਿੱਸਾ ਸੀ ਉਹ ਇਟਲੀ ਨੂੰ ਦੇ ਦਿੱਤਾ ਸੀ। ਸੋ ਹੁਣ ਉਹ ਪੋਲੈਂਡ 'ਤੇ ਹਮਲਾ ਕਰਕੇ ਉਹਨੇ ਉਹ ਵਾਪਸ ਲੈਣਾ ਚਾਹੁੰਦਾ ਸੀ। ਮਿਜ਼ਾਈਲਾਂ ਦੇ ਨਾਮ। ਮਿਜ਼ਾਈਲ ਦਾ ਨਾਮ ਸੀ V1 ਅਤੇ V2, ਜਿਨ੍ਹਾਂ ਰਾਹੀਂ ਹਮਲਾ ਕੀਤਾ ਗਿਆ। ਜਰਮਨੀ ਦਾ ਕਬਜ਼ਾ। ਪੋਲਿਸ਼ ਕੋਰੀਡੋਰ ਅਤੇ ਡੈਜ਼ਿੰਗ ਸਿਟੀ। ਕਾਫੀ ਹਿੱਸਿਆਂ 'ਤੇ ਜਰਮਨੀ ਨੇ
ਕਬਜ਼ਾ ਆਪਦਾ ਕਰ ਲਿਆ ਸੀ। ਜਰਮਨੀ ਵਿਰੁੱਧ ਯੁੱਧ ਦਾ ਐਲਾਨ 3 ਸਤੰਬਰ 1939। ਇਹ ਤਰੀਕਾਂ ਜ਼ਰੂਰ ਇੰਪੋਰਟੈਂਟ ਹੈ ਜੀ। ਬ੍ਰਿਟੇਨ ਅਤੇ ਫਰਾਂਸ ਨੇ ਜਰਮਨੀ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ। ਸਤੰਬਰ 1939 ਤੋਂ ਅਪ੍ਰੈਲ 1940 ਨੂੰ ਨਕਲੀ ਯੁੱਧ ਦਾ ਸਮਾਂ ਕਿਹਾ ਜਾਂਦਾ। ਇਹ ਬਹੁਤ ਇੰਪੋਰਟੈਂਟ ਹੈ ਜੀ, ਸਮਾਂ ਯਾਦ ਰੱਖਿਓ, ਨਕਲੀ ਯੁੱਧ ਕਿਹਾ ਜਾਂਦਾ ਹੈ ਇਸ ਸਮੇਂ ਨੂੰ। ਯੁੱਧ ਸ਼ੁਰੂ ਹੋਇਆ ਜੀ। ਉਸ ਤੋਂ ਬਾਅਦ ਜਰਮਨੀ ਨੇ ਜਿੱਤ ਪ੍ਰਾਪਤ ਕੀਤੀ। ਪੋਲੈਂਡ, ਨਾਰਵੇ, ਡੈਨਮਾਰਕ, ਬੈਲਜੀਅਮ, ਹਾਲੈਂਡ ਅਤੇ ਫਰਾਂਸ 'ਤੇ ਜਰਮਨੀ ਨੇ ਜਿੱਤ ਪ੍ਰਾਪਤ ਕਰ ਲਈ। ਤਾਂ ਇਹਦੇ ਉਲਟ ਕੀ ਹੋਣਾ ਸੀ, ਦੂਜੇ ਰਾਸ਼ਟਰਾਂ ਨੇ, ਜੋ ਵਿਰੋਧੀ ਧਿਰ ਸੀ, ਉਹਨਾਂ ਨੇ ਜਰਮਨੀ ਦੇ ਖਿਲਾਫ ਜੰਗ ਸ਼ੁਰੂ ਕਰ ਦਿੱਤੀ। ਜਰਮਨੀ ਦੁਆਰਾ ਫਰਾਂਸ 'ਤੇ ਹਮਲਾ 14 ਜੂਨ 1940 ਨੂੰ ਜਰਮਨੀ ਨੇ ਪੈਰਿਸ 'ਤੇ ਕਬਜ਼ਾ ਕਰ ਲਿਆ। ਪਰਲ ਹਾਰਬਰ ਅਟੈਕ 7 ਦਸੰਬਰ 1941। ਅਮਰੀਕਾ ਉੱਤੇ ਜਾਪਾਨ ਨੇ ਹਮਲਾ ਕਰਕੇ ਦੂਜੇ ਵਿਸ਼ਵ 'ਚ ਦਾਖਲਾ ਲੈ ਲਿਆ। ਤਾਂ ਦੂਜੇ ਪਾਸੇ ਜਿਹੜਾ ਜਾਪਾਨ ਸੀ ਉਸਨੇ ਅਮਰੀਕਾ 'ਤੇ ਹਮਲਾ ਕਰ ਦਿੱਤਾ। ਸਿੱਟੇ ਵਜੋਂ ਕੀ ਹੋਣਾ ਸੀ, ਅੱਗੇ ਜਾ ਕੇ ਆਊਗਾ ਕਿ ਜੋ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਬੰਬ ਸੁੱਟੇ ਗਏ ਸੀ। ਫਰਾਂਸ ਨੂੰ 1940 ਵਿੱਚ ਜਰਮਨੀ ਨੇ ਜਿੱਤ ਲਿਆ, ਪਰ ਬ੍ਰਿਟਿਸ਼ ਅਤੇ ਅਮਰੀਕੀ ਫੌਜਾਂ ਨੇ 1944 ਵਿੱਚ ਫਰਾਂਸ ਨੂੰ ਆਜ਼ਾਦ ਕਰਵਾਇਆ। ਜਰਮਨੀ ਬ੍ਰਹਮ ਬ੍ਰਿਟੇਨ, ਬੈਟਲ ਆਫ ਬ੍ਰਿਟੇਨ ਇਹਨੂੰ ਕਿਹਾ ਜਾਂਦਾ ਹੈ। ਇੰਪੋਰਟੈਂਟ ਬੈਟਲ ਹੈ ਇਹ। ਹਵਾਈ ਲੜਾਈ ਹੋਈ। ਜਰਮਨ ਏਅਰਫੋਰਸ ਲੁਫਟਵੇਫ। ਸਤੰਬਰ 1940 ਜਰਮਨੀ, ਇਟਲੀ ਅਤੇ ਜਾਪਾਨ 'ਤੇ ਸਮਝੌਤਾ ਹੋ ਗਿਆ। ਸਟੈਲਿਨਗਰਡ ਦੀ ਲੜਾਈ, ਬੈਟਲ ਆਫ ਸਟੈਲਿਨਗ੍ਰੇਡ। ਇਹ ਜਰਮਨੀ ਅਤੇ USSR ਰਸ਼ੀਆ ਦੇ ਵਿੱਚ ਹੋਈ। US ਅਤੇ ਇੰਗਲੈਂਡ ਦੇ ਸਾਥ ਕਰਕੇ, ਜਿਨ੍ਹਾਂ ਨੇ ਕਿ ਰੂਸ ਦਾ ਸਾਥ ਦਿੱਤਾ, ਇਹਦੇ ਵਿੱਚ ਜਰਮਨੀ ਹਾਰ ਗਿਆ। 1943 'ਚ ਹਾਰ ਗਿਆ ਸੀ। ਬਾਰਬੇਸਾ ਦਾ ਆਪਰੇਸ਼ਨ ਬਾਰਬੇਸਾ, ਜੋ ਕਿ 1941 ਵਿੱਚ ਹੋਇਆ ਸੀ। ਸੋ ਇਹ ਬੜਾ ਇੱਕ ਕੰਪਲੀਕੇਟਡ ਜਾਂ ਦੂਜਾ ਵਿਸ਼ਵ ਯੁੱਧ ਹੈ। ਜੇ ਤੁਸੀਂ ਇਹਨਾਂ ਦੀਆਂ ਲੜਾਈਆਂ ਬਾਰੇ ਪੜ੍ਹੋਗੇ ਤਾਂ ਬਹੁਤ ਕੰਪਲੀਕੇਟਡ ਅਤੇ ਬੋਰਿੰਗ ਟੋਪਿਕ ਤੁਹਾਨੂੰ ਲੱਗੂਗਾ, ਜਿਵੇਂ ਕਿ ਅਸੀਂ ਪੜ੍ਹ ਰਹੇ ਹਾਂ। ਪਰ ਹੌਲੀ ਹੌਲੀ 1-2 ਵਾਰ ਇਹਨਾਂ ਨੂੰ ਦੇਖੋਗੇ, ਵੀਡੀਓ ਨੂੰ ਦੇਖੋਗੇ, ਇਹ ਟੋਪਿਕ ਨੂੰ ਪੜ੍ਹੋਗੇ ਤਾਂ ਇਹਦੇ ਵਿੱਚੋਂ ਮੇਨ ਚੀਜ਼ਾਂ ਤੁਸੀਂ ਕੱਢ ਲਓ, ਉਹ ਪੜ੍ਹਨੀਆਂ ਬਹੁਤ ਜ਼ਰੂਰੀ ਨੇ। ਜਾਪਾਨ ਦਾ ਅਮਰੀਕਾ 'ਤੇ ਹਮਲਾ 1941 ਵਿੱਚ। ਅਮਰੀਕਾ ਨੇ ਅਗਲੇ ਦਿਨ ਜਾਪਾਨ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ। ਜਿਵੇਂ ਕਿ ਜਾਪਾਨ ਨੇ ਪਹਿਲਾਂ ਅਮਰੀਕਾ 'ਤੇ ਹਮਲਾ ਕੀਤਾ ਸੀ, ਤਾਂ ਅਗਲੇ ਦਿਨ ਅਮਰੀਕਾ ਨੇ ਜਾਪਾਨ 'ਤੇ ਹਮਲਾ ਕਰਤਾ। ਜਰਮਨ ਦਾ ਹਾਰ ਮੰਨਣਾ 8 ਮਈ 1945 ਨੂੰ ਜਿਹੜਾ ਜਰਮਨੀ ਪੂਰੀ ਤਰ੍ਹਾਂ ਹਾਰ ਚੁੱਕਿਆ ਸੀ ਯੁੱਧ 'ਚ। ਅਤੇ ਹੀਰੋਸ਼ੀਮਾ ਅਤੇ ਨਾਗਾਸਾਕੀ 6 ਅਗਸਤ 1945 ਨੂੰ ਹੀਰੋਸ਼ੀਮਾ ਅਤੇ 9 ਅਗਸਤ 1945 ਨੂੰ ਨਾਗਾਸਾਕੀ, ਇਹਨਾਂ 2 ਥਾਵਾਂ 'ਤੇ ਜਿਹੜੇ ਕਿ ਬੰਬ ਸੱਟੇ ਗਏ ਸੀ ਅਮਰੀਕਾ ਦੇ ਵੱਲੋਂ ਜਾਪਾਨ ਦੇ ਵਿੱਚ। ਸੋ ਪੈਰਿਸ ਸੰਮੇਲਨ, ਇਹ ਵੀ ਇੱਕ ਯਾਦ ਕਰਨ ਵਾਲੀ ਡੇਟ ਹੈ ਜੀ। 29 ਜੁਲਾਈ 1946 ਨੂੰ US, ਰਸ਼ੀਆ, ਇੰਗਲੈਂਡ ਅਤੇ ਫਰਾਂਸ ਨੇ ਪੈਰਿਸ ਸੰਮੇਲਨ ਕੀਤਾ। ਲੀਡਰ ਅਤੇ ਦੇਸ਼, ਇੰਪੋਰਟੈਂਟ, ਬਹੁਤ ਇੰਪੋਰਟੈਂਟ ਮੈਂ ਕਹੂੰਗਾ। ਇੰਪੋਰਟੈਂਟ ਇਸ ਕਰਕੇ ਜੀ, ਬਹੁਤ ਸਾਰੇ ਐਗਜ਼ਾਮੀਨੇਸ਼ਨ ਵਿੱਚ ਇਹ ਜ਼ਰੂਰ ਪੁੱਛੇ ਜਾਂਦੇ ਸਵਾਲ। ਅਸੀਂ ਪਹਿਲੇ ਵਿਸ਼ਵ ਯੁੱਧ ਦੇ ਟੌਪਿਕ 'ਚ ਵੀ ਕੀਤੇ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ ਦਾ ਚਾਂਸਲਰ ਸੀ ਹਿਟਲਰ। ਦੂਜੇ ਵਿਸ਼ਵ ਯੁੱਧ ਦੌਰਾਨ ਇੰਗਲੈਂਡ ਦਾ ਪ੍ਰਧਾਨ ਮੰਤਰੀ ਚੈਂਬਰਲਿਨ, ਬਾਅਦ ਵਿੱਚ ਵਿੰਸਟਨ ਚਰਚਿਲ ਬਣੇ। ਅਮਰੀਕਾ ਦਾ ਰਾਸ਼ਟਰਪਤੀ ਸੀ ਜੀ FD ਰੂਜ਼ਵੈਲਟ। ਚੀਨ ਦਾ ਰਾਸ਼ਟਰਪਤੀ ਚੀਨ ਰਾਸ਼ਟਰੀ ਸਰਕਾਰ ਦਾ ਚੇਅਰਮੈਨ ਸੀ ਚਿਆਂਗ ਕੈ ਸ਼ੇਕ। ਨੰਬਰ 5, ਮਿੱਤਰ ਦੇਸ਼ਾਂ ਦੀ ਸੈਨਾ ਦੀ ਅਗਵਾਈ। ਜੋ ਮਿੱਤਰ ਦੇਸ਼ ਸੀ, ਇਹਨਾਂ ਦੀ ਸੈਨਾ ਦੀ ਅਗਵਾਈ ਅਮਰੀਕੀ ਜਨਰਲ ਆਈਜ਼ਨਹਾਵਰ ਨੇ ਕੀਤੀ। ਹਿਟਲਰ ਦੀ ਆਤਮ ਹੱਤਿਆ 30 ਅਪ੍ਰੈਲ 1945 ਨੂੰ ਯਹੂਦੀਆਂ ਦੇ ਕਤਲੇਆਮ ਕਰਕੇ, ਉਹਨਾਂ ਦੇ ਸ਼ਰਾਪ ਤੋਂ ਡਰਦਾ ਹਿਟਲਰ ਨੇ ਆਤਮ ਹੱਤਿਆ ਕਰ ਲਈ ਸੀ। 7 ਨੰਬਰ ਪੁਆਇੰਟ ਹੈ ਜੀ, ਮੂਸੋਲੀਨੀ ਦਾ ਅੰਤ 3 ਸਤੰਬਰ 1943 ਨੂੰ ਮੂਸੋਲੀਨੀ ਦਾ ਅੰਤ ਹੋ ਗਿਆ। ਸੋਵੀਅਤ ਰੂਸ ਦੇ ਮੰਤਰੀ ਮੰਡਲ ਦਾ ਚੇਅਰਮੈਨ ਜੋਸਿਫ ਸਟਾਲਿਨ ਸੀ। ਸੋ ਸਿੱਟੇ ਕੀ ਹੋਏ ਦੂਜੇ ਵਿਸ਼ਵ ਯੁੱਧ ਦੇ? ਬਸਤੀਵਾਦ ਸਾਮਰਾਜਵਾਦ ਦਾ ਅੰਤ ਹੋ ਗਿਆ। ਜਰਮਨੀ ਅਤੇ ਇਟਲੀ ਵਿੱਚ ਤਾਨਾਸ਼ਾਹੀ ਦਾ ਅੰਤ ਹੋ ਗਿਆ। ਜਰਮਨੀ ਪੱਛਮੀ ਜਰਮਨੀ, ਪੂਰਬੀ ਜਰਮਨੀ ਵਿੱਚ ਵੰਡਿਆ ਗਿਆ। ਜੋ ਹਿੱਸਿਆਂ 'ਚ ਜਰਮਨੀ ਵੰਡਿਆ ਗਿਆ। ਪੱਛਮ ਜਰਮਨੀ ਨੂੰ ਬ੍ਰਿਟੇਨ, ਫਰਾਂਸ ਅਤੇ ਅਮਰੀਕਾ ਦੁਆਰਾ ਨਿਯੰਤਰਿਤ ਕੀਤਾ ਗਿਆ। ਪੂਰਬੀ ਜਰਮਨੀ ਨੂੰ ਰੂਸ ਦੁਆਰਾ ਨਿਯੰਤਰਿਤ ਕੀਤਾ ਗਿਆ। ਅਫਰੀਕਾ ਅਤੇ ਏਸ਼ੀਆ ਵਿੱਚ ਰਾਸ਼ਟਰਵਾਦੀ ਅੰਦੋਲਨਾਂ ਨੂੰ ਮਜ਼ਬੂਤ ਕਰਨਾ। ਆਰਥਿਕ ਸਮੱਸਿਆਵਾਂ ਫੈਲ ਗਈਆਂ, ਬੇਰੁਜ਼ਗਾਰੀ ਹੋ ਗਿਆ, ਵਿਕਾਸ ਘੱਟ ਗਿਆ। ਅਮਰੀਕਾ ਅਤੇ ਰੂਸ, 2 ਸ਼ਕਤੀਆਂ ਦਾ ਉਭਾਰ ਹੋਇਆ, ਜਿਸ ਦੇ ਨਤੀਜੇ ਵੱਲੋਂ ਠੰਡੀ ਜੰਗ ਜਿਹੜੀ ਸ਼ੁਰੂ ਹੋ ਗਈ। ਕੋਲਡ ਵਾਰ ਵੀ ਇਹਨੂੰ ਕਿਹਾ ਜਾਂਦਾ। ਤੀਜੀ ਦੁਨੀਆ ਦੇ ਦੇਸ਼ਾਂ ਦਾ ਉਭਾਰ ਹੋਇਆ। ਇੱਕ ਤੀਜੀ ਦੁਨੀਆ, ਪਹਿਲਾ ਵਿਸ਼ਵ ਯੁੱਧ ਹੋਇਆ, ਫਿਰ ਦੂਜਾ, ਉਸ ਤੋਂ ਬਾਅਦ ਇੱਕ ਤੀਜੀ ਦੁਨੀਆ ਦਾ ਉਭਾਰ, ਵਿਕਾਸ ਸ਼ੁਰੂ ਹੋ ਗਿਆ। UN ਦੀ ਸਥਾਪਨਾ ਅਕਤੂਬਰ 1945 ਵਿੱਚ ਕੀਤੀ ਗਈ, ਜਿਹਦੇ ਵਿੱਚ ਵੱਖ-ਵੱਖ ਦੇਸ਼ਾਂ ਨੇ ਪਾਰਟੀਸਪੇਸ਼ਨ ਕੀਤੀ। ਅਤੇ ਜੇ ਕੋਈ ਸੰਸਥਾ ਬਹੁਤ ਇੰਪੋਰਟੈਂਟ ਹੈ ਐਗਜ਼ਾਮੀਨੇ, ਉਹਦੇ 'ਤੇ ਵੀ ਇੱਕ ਟੋਪਿਕ ਲੈ ਕੇ ਆਵਾਂਗੇ।
ਉਹ ਹਾਲੇ ਵੀ ਚੱਲਦੀ ਹੈ। ਸੋ ਇਹ ਸੀ ਟੌਪਿਕ ਜੀ ਦੂਜਾ ਵਿਸ਼ਵ ਯੁੱਧ। ਇਹਦੇ ਵਿੱਚ ਪਾਰਟ 2 ਲੈ ਕੇ ਆਵਾਂਗੇ, ਉਹਦੇ 'ਚ ਜ਼ਿਆਦਾ ਐਲੈਬੋਰੇਸ਼ਨ, ਇਹਨੂੰ ਸ਼ਾਰਟ ਕਰਕੇ ਕੁਐਸਚਨ ਇਹਦੇ ਵਿੱਚ ਇੰਪੋਰਟੈਂਟ ਕੱਢ ਕੇ ਤੁਹਾਡੇ ਅੱਗੇ ਰੱਖੇ ਜਾਣਗੇ। ਇਹ ਸਿਰਫ ਇੱਕ ਥਿਊਰੀ ਪੇਸ਼ ਕੀਤੀ ਹੈ ਜਿਹਦੇ ਨਾਲ ਕਿ ਇੱਕ ਵਾਰ ਟੌਪਿਕ ਹੈ ਜਿਹੜਾ ਸਮਝ ਆ ਜੇ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਚੈਨਲ ਨੂੰ ਸਬਸਕ੍ਰਾਈਬ ਕਰਿਓ। ਜੇ ਐਗਜ਼ਾਮ ਸਟੱਡੀ ਚੰਡੀਗੜ੍ਹ। ਬਹੁਤ ਬਹੁਤ ਧੰਨਵਾਦ।